नमस्कार खबरों के इस बुलेटिन में तुहाडा स्वागत है। मैं हरमन शंकर। पहला पेश ने चोणवीं खबरां। प्रधानमंत्री नरेंद्र मोदी नाल नवी दिल्ली में अमरीकी कांग्रेस के एक वफद वालों मुलाकात। सरहद पारों ड्रोनां राही नशीले पदार्थ और हथियार सुटना BSF ਲਈ एक वड्डी चुनौती। हर घर दस्तक मुहिम तहत सेहत महकमा लैफ्ट आउट लोगों का करेगा कोविड टीकाकरण। राष्ट्रपति रामनाथ कोविंद ने खिडारियों और कोचां नूं कौमी खेड पुरस्कारां नाल नवाजिया। ਤੇ ਹੁਣ ਖਬਰਾਂ ਵਿਸਤਾਰ ਨਾਲ। ਅਮਰੀਕੀ ਕਾਂਗਰਸ ਦੇ ਇੱਕ ਵਫਦ ਵੱਲੋਂ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਗਈ। ਅਮਰੀਕੀ ਵਫਦ ਦੀ ਅਗਵਾਈ ਸੈਨੇਟਰ ਜੌਨ ਕੋਰਨੀਅਨ ਨੇ ਕੀਤੀ। ਅਮਰੀਕੀ ਵਫਦ ਨੇ ਭਾਰਤ ਵਿੱਚ ਕੋਵਿਡ-19 ਮਹਾਮਾਰੀ ਦੇ ਬਿਹਤਰੀਨ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕਰਦਿਆਂ ਸਰਕਾਰ ਵੱਲੋਂ ਕੀਤੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਅਤੇ ਅਮਰੀਕਾ ਦਰਮਿਆਨ ਸਬੰਧਾਂ ਦੀ ਮਜ਼ਬੂਤੀ ਲਈ US ਕਾਂਗਰਸ ਵੱਲੋਂ ਵਧਾਏ ਗਏ ਸਹਿਯੋਗ ਦੇ ਹੱਥ ਅਤੇ ਉਸਾਰੂ ਭੂਮਿਕਾ ਨੂੰ ਸਲਾਹਿਆ। प्रधानमंत्री ने कहा कि दोवें मुल्कों की व्यापक आलमी रणनीतिक भाईवाली लोकतंत्र दीआं कदरां कीमतां नूं साझा करदी है। अमरीकी वफद वालों दक्षिण एशिया ते हिंद प्रशांत खेतर नाल संबंधित होरनां कई मुद्दिआं ते प्रधानमंत्री नाल गलबात की गई। BSF पंजाब फ्रंटियर IG सोनाली मिश्रा ने कहा है कि सरहद पारों ड्रोनां राही नशीले पदार्थ ते हथियार सुटे जाण तो इलावा सरहदां दी राखी लई पाकिस्तान वाले पासियों सुरंगां दी खुदाई अते इन्हां दा पता लगाउणा BSF लई चुनौती है। ਅੱਜ ਜਲੰਧਰ ਵਿੱਚ BSF ਪੰਜਾਬ ਫਰੰਟੀਅਰ ਹੈੱਡਕੁਆਰਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਕਿਹਾ ਕਿ ਡਰੋਨਾਂ ਤੇ ਕਾਬੂ ਪਾਉਣ ਲਈ BSF ਵੱਲੋਂ ਆਦਰਸ਼ ਸੰਚਾਲਨ ਪ੍ਰਕਿਰਿਆ ਲਾਗੂ ਕੀਤੀ ਗਈ ਹੈ। IG ਨੇ ਕਿਹਾ ਕਿ ਡਰੋਨਾਂ ਦਾ ਪਤਾ ਲਗਾਉਣ ਅਤੇ ਉਹਨਾਂ ਦੇ ਦਾਖਲੇ ਤੇ ਕਾਬੂ ਪਾਉਣ ਲਈ ਟੈਕਨੋਲੋਜੀ ਵਿਕਸਿਤ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਇਸ ਵਿੱਚ ਸਫਲਤਾ ਮਿਲੇਗੀ। Keeping in mind the new threat of drones, I would like to bring to your kind knowledge that we have our SOPs in place in which we are working with various agencies, and the moment BSF sees any drone, it is immediately intimated as per the SOP to the state police, to the different agencies, and we swing into action. ਉਹਨਾਂ ਦੱਸਿਆ ਕਿ ਇਸ ਸਾਲ ਦੌਰਾਨ ਹੁਣ ਤੱਕ ਸੀਮਾ ਸੁਰੱਖਿਆ ਬਲ ਨੇ ਪਾਕਿਸਤਾਨ ਨਾਲ ਲੱਗਦੀ ਪੰਜਾਬ ਦੀ ਸਰਹੱਦ ਤੋਂ 387 ਕਿਲੋਗ੍ਰਾਮ ਨਸ਼ੀਲੇ ਪਦਾਰਥ ਅਤੇ ਕੋਈ 55 ਹਥਿਆਰ ਜ਼ਬਤ ਕੀਤੇ ਨੇ। BSF ਦੇ ਅਧਿਕਾਰ ਖੇਤਰ ਨੂੰ 15 ਤੋਂ ਵਧਾ ਕੇ 50 ਕਿਲੋਮੀਟਰ ਕੀਤੇ ਜਾਣ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ IG ਸੋਨਾਲੀ ਮਿਸ਼ਰਾ ਨੇ ਕਿਹਾ ਕਿ BSF ਨੂੰ ਪਹਿਲਾਂ ਹੀ ਪੰਜਾਬ ਪੁਲਿਸ ਜਾਂ ਹੋਰ ਸੁਰੱਖਿਆ ਏਜੰਸੀਆਂ ਨਾਲ ਤਾਲਮੇਲ ਸੰਬੰਧੀ ਕੋਈ ਸਮੱਸਿਆ ਨਹੀਂ ਸੀ। ਉਹਨਾਂ ਕਿਹਾ ਕਿ ਅਧਿਕਾਰ ਖੇਤਰ ਵਧਾਏ ਜਾਣ ਨਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਅਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਤੇ ਕਾਬੂ ਪਾਉਣ ਲਈ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨਾਲ ਵਧੀਆ ਢੰਗ ਨਾਲ ਤਾਲਮੇਲ ਹੋ ਸਕੇਗਾ ਅਤੇ ਰਾਸ਼ਟਰ ਵਿਰੋਧੀ ਅੰਸਰਾਂ ਵਿਰੁੱਧ ਕਾਰਵਾਈ ਵਿੱਚ ਤੇਜ਼ੀ ਆਵੇਗੀ। There is no change in any of the acts or the laws. The jurisdiction has been extended to 50 kilometers. And only in two acts, that's the Passport Act Entry into India 1920 and Passport Act 1967 and the CRPC provisions. I would like to emphasize here that BSF has worked in this area right from beginning from 1965. We always maintained a very close coordination and cooperation with the state police. It is for the national security and in the interest of the nation. BSF is not a policing organization. As a result of which, BSF doesn't have the power to register any FIR nor to do any investigation. ਉਹਨਾਂ ਦੱਸਿਆ ਕਿ ਗੈਰ ਕਾਨੂੰਨੀ ਹਥਿਆਰ ਨਸ਼ੀਲੇ ਪਦਾਰਥ ਜਾਂ ਹੋਰ ਬਰਾਮਦਗੀਆਂ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਪੁਲਿਸ ਨੂੰ ਸੌਂਪ ਦਿੱਤਾ ਜਾਂਦਾ ਹੈ ਅਤੇ ਪੁਲਿਸ ਵੱਲੋਂ ਹੀ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ। IG ਸੋਨਾਲੀ ਮਿਸ਼ਰਾ ਨੇ ਕਿਹਾ ਕਿ BSF ਪੰਜਾਬ ਪੁਲਿਸ ਦੀ ਪੂਰਕ ਹੈ। ਉਹਨਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸਾਲ 2018 ਤੋਂ 2021 ਤੱਕ ਸਰਹੱਦੀ ਕਿਸਾਨਾਂ ਨੂੰ ਕੋਈ 36 ਕਰੋੜ ਰੁਪਏ ਦੇ ਮੁਆਵਜ਼ੇ ਜਾਰੀ ਕੀਤੇ ਗਏ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪ੍ਰਮੰਨੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ।
ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਕਾਲੋ ਜੀ ਨਾਰਾਇਣ ਰਾਓ ਅਤੇ ਮਿੰਜੂਰ ਭਗਤ ਵਤਸਲ ਬਾਰੇ ਜਾਣਕਾਰੀ ਦੇ ਰਹੇ ਹਾਂ। ਪੇਸ਼ ਹੈ ਇੱਕ ਰਿਪੋਰਟ। ਅੱਜ 13 ਨਵੰਬਰ ਕਾਲੋ ਜੀ ਨਾਰਾਇਣ ਰਾਓ ਦੀ ਬਰਸੀ ਏ। ਉਹਨਾਂ ਦਾ ਜਨਮ 9 ਸਤੰਬਰ 1914 ਨੂੰ ਬੀਜਾਪੁਰ ਵਿੱਚ ਹੋਇਆ ਸੀ। ਕਾਲੋ ਜੀ ਦੀ ਸ਼ਖਸੀਅਤ ਨੂੰ ਨਿਖਾਰਨ ਵਿੱਚ ਉਹਨਾਂ ਦੇ ਵੱਡੇ ਭਰਾ ਜੋ ਉਰਦੂ ਦੇ ਕਵੀ ਸਨ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਕਾਲੋ ਜੀ ਨਾਰਾਇਣ ਰਾਓ ਨੇ ਹਾਲਾਂਕਿ ਛੋਟੀ ਉਮਰ ਤੋਂ ਹੀ ਤੇਲਗੂ ਵਿੱਚ ਪੜ੍ਹਾਈ ਕੀਤੀ ਸੀ, ਪਰ ਉਹਨਾਂ ਨੇ ਮਰਾਠੀ, ਕੰਨੜ, ਹਿੰਦੀ ਅਤੇ ਉਰਦੂ ਵਿੱਚ ਵੀ ਕਵਿਤਾਵਾਂ ਲਿਖੀਆਂ। ਆਪਣੇ ਵਿਦਿਆਰਥੀ ਜੀਵਨ ਦੌਰਾਨ ਅਤੇ ਬਾਅਦ ਵਿੱਚ ਵੀ ਉਹ ਉਸ ਵੇਲੇ ਦੇ ਲੋਕਪ੍ਰਿਯ ਅੰਦੋਲਨਾਂ ਆਰੀਆ ਸਮਾਜ, ਆਂਧਰ ਮਹਾਸਭਾ ਤੋਂ ਬਹੁਤ ਪ੍ਰਭਾਵਿਤ ਸਨ ਅਤੇ ਉਹਨਾਂ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਸਨ। ਇੱਕ ਸਮਾਜ ਸੁਧਾਰਕ ਹੋਣ ਦੇ ਨਾਤੇ ਕਾਲੋ ਜੀ ਨੇ ਆਪਣੀਆਂ ਕਵਿਤਾਵਾਂ ਦੇ ਜ਼ਰੀਏ ਤੇਲੰਗਾਨਾ ਦੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ। ਉਹਨਾਂ ਨੇ ਜਨਮ ਤੁਮਹਾਰਾ ਹੈ, ਮ੍ਰਿਤਿਉ ਤੁਮਹਾਰੀ ਹੈ, ਲੇਕਿਨ ਜੀਵਨ ਦੇਸ਼ ਕੇ लिए ਹੈ ਦਾ ਨਾਰਾ ਦਿੱਤਾ। ਮਹਾਤਮਾ ਗਾਂਧੀ ਅਤੇ ਜੈ ਪ੍ਰਕਾਸ਼ ਨਾਰਾਇਣ ਦੇ ਇੱਕ ਉਤਸ਼ਾਹੀ ਪ੍ਰਸ਼ੰਸਕ, ਕਾਲੋ ਜੀ ਨੇ ਸੱਤਿਆਗ੍ਰਹਿ ਅਤੇ ਲਾਇਬ੍ਰੇਰੀ ਅੰਦੋਲਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਲਾਇਬ੍ਰੇਰੀ ਅੰਦੋਲਨ ਨੇ 1930 ਦੇ ਦਹਾਕੇ ਦੀ ਸ਼ੁਰੂਆਤ ਤੋਂ ਸਾਹਿਤ ਅਤੇ ਪੜ੍ਹਨ ਦੇ ਸੱਭਿਆਚਾਰ ਨੂੰ ਜਨਤਾ ਵਿੱਚ ਉਤਸ਼ਾਹਿਤ ਕਰਨ ਦਾ ਕੰਮ ਕੀਤਾ ਸੀ। ਆਪਣੇ ਕਾਵਿ ਸੰਗ੍ਰਹਿ ਨਾਗੋ ਦਾਵਾ ਯਾਨੀ ਮੇਰਾ ਵਿਰੋਧ ਵਿੱਚ ਕਾਲੋ ਜੀ ਨੇ ਆਪਣੀ ਜ਼ਿੰਦਗੀ, ਸਾਹਿਤ ਅਤੇ ਸਰਗਰਮੀ ਨੂੰ ਦਰਸਾਇਆ ਏ। ਕਾਲੋ ਜੀ ਨੇ ਨਿਜ਼ਾਮ ਦੇ ਨਿਰੰਕੁਸ਼ ਸ਼ਾਸਨ ਖਿਲਾਫ ਵੀ ਡਟ ਕੇ ਲਿਖਿਆ। ਹੈਦਰਾਬਾਦ ਰਿਆਸਤ ਦੇ ਸੁਤੰਤਰਤਾ ਅੰਦੋਲਨ ਵਿੱਚ ਸਰਗਰਮ ਭਾਗੀਦਾਰੀ ਲਈ ਕਾਲੋ ਜੀ ਨੂੰ ਹੈਦਰਾਬਾਦ ਦੇ ਨਿਜ਼ਾਮ ਨੇ ਕੈਦ ਕਰ ਲਿਆ ਸੀ। ਕਾਲੋ ਜੀ 1958 ਤੋਂ 60 ਦੌਰਾਨ ਆਂਧਰ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰ ਸਨ। ਉਹਨਾਂ ਨੂੰ 1992 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਕਾਲੋ ਜੀ ਨੇ ਲਿਖਿਆ ਸੀ, ਮੈਂ ਅੱਜ ਦੀ ਵਾਸਤਵਿਕਤਾ, ਬੀਤੇ ਕੱਲ ਦਾ ਸੁਪਨਾ ਅਤੇ ਆਉਣ ਵਾਲੇ ਕੱਲ ਦੀ ਯਾਦ ਹਾਂ। 2002 ਵਿੱਚ ਕਾਲੋ ਜੀ ਦਾ ਦੇਹਾਂਤ ਹੋ ਗਿਆ। ਉਹਨਾਂ ਦੀ ਇੱਛਾ ਅਨੁਸਾਰ ਉਹਨਾਂ ਦਾ ਸਰੀਰ ਖੋਜ ਕੰਮਾਂ ਲਈ ਵਾਰੰਗਲ ਦੇ ਕਾਕਾਤੀਆ ਮੈਡੀਕਲ ਕਾਲਜ ਨੂੰ ਦਾਨ ਦੇ ਦਿੱਤਾ ਗਿਆ ਸੀ। ਤੇਲੰਗਾਨਾ ਸਰਕਾਰ ਨੇ ਕਾਲੋ ਜੀ ਦੇ ਜਨਮ ਦਿਨ ਨੂੰ ਤੇਲੰਗਾਨਾ ਭਾਸ਼ਾ ਦਿਵਸ ਦੇ ਰੂਪ ਵਿੱਚ ਮਨਾਉਣ ਦਾ ਐਲਾਨ ਕਰਕੇ ਉਹਨਾਂ ਨੂੰ ਸਨਮਾਨਿਤ ਕੀਤਾ। ਅੱਜ ਅਸੀਂ ਗੱਲ ਕਰਾਂਗੇ ਮਿੰਜੂਰ ਭਗਤ ਵਤਸਲਮ ਦੀ, ਜਿਨ੍ਹਾਂ ਦਾ ਜਨਮ 9 ਅਕਤੂਬਰ 1897 ਨੂੰ ਮਦਰਾਸ ਪ੍ਰੈਜ਼ੀਡੈਂਸੀ ਵਿੱਚ ਹੋਇਆ ਸੀ। ਉਹਨਾਂ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਅਤੇ ਮਦਰਾਸ ਹਾਈ ਕੋਰਟ ਵਿੱਚ ਵਕਾਲਤ ਕੀਤੀ। ਉਹ ਛੋਟੀ ਉਮਰ ਵਿੱਚ ਹੀ ਸੁਤੰਤਰਤਾ ਅੰਦੋਲਨ ਵਿੱਚ ਸ਼ਾਮਲ ਹੋ ਗਏ ਸਨ। ਭਗਤ ਵਤਸਲਮ ਗ੍ਰੈਜੂਏਟ ਪੱਧਰ ਦੀ ਪੜ੍ਹਾਈ ਦੌਰਾਨ ਹੀ ਭਾਰਤੀ ਸੁਤੰਤਰਤਾ ਅੰਦੋਲਨ ਵਿੱਚ ਸ਼ਾਮਲ ਹੋ ਗਏ ਸਨ। ਉਹ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਅਤੇ 1922 ਵਿੱਚ ਮਦਰਾਸ ਪ੍ਰਾਂਤਕ ਕਾਂਗਰਸ ਕਮੇਟੀ ਦੇ ਮੈਂਬਰ ਬਣੇ। ਭਗਤ ਵਤਸਲਮ ਨੇ ਰੋਜ਼ਾਨਾ ਅਖਬਾਰ ਇੰਡੀਆ ਸ਼ੁਰੂ ਕੀਤਾ ਅਤੇ ਇਸ ਨੂੰ 1933 ਤੱਕ ਚਲਾਇਆ। ਵੇਦਾਰ ਨਿਯਮ ਵਿੱਚ ਨਮਕ ਸੱਤਿਆਗ੍ਰਹਿ ਦੌਰਾਨ ਉਹ ਜ਼ਖਮੀ ਹੋ ਗਏ ਸਨ। ਉਹਨਾਂ ਨੂੰ 1932 ਵਿੱਚ ਭਾਰਤ ਦਾ ਸੁਤੰਤਰਤਾ ਦਿਵਸ ਸਮਾਰੋਹ ਆਯੋਜਿਤ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹਨਾਂ ਨੇ 6 ਮਹੀਨੇ ਜੇਲ੍ਹ ਵਿੱਚ ਬਿਤਾਏ ਸਨ। 1936 ਦੀਆਂ ਸਥਾਨਕ ਸਰਕਾਰ ਚੋਣਾਂ ਵਿੱਚ ਭਗਤ ਵਤਸਲਮ ਮਦਰਾਸ ਸਿਟੀ ਕਾਰਪੋਰੇਸ਼ਨ ਲਈ ਚੁਣੇ ਗਏ ਅਤੇ ਉਹਨਾਂ ਨੇ ਡਿਪਟੀ ਮੇਅਰ ਦੇ ਰੂਪ ਵਿੱਚ ਕੰਮ ਕੀਤਾ। 40 ਸਾਲ ਦੀ ਉਮਰ ਵਿੱਚ ਭਗਤ ਵਤਸਲਮ ਨੇ 1937 ਦੀ ਚੋਣ ਵਿੱਚ ਤਿਰੂਵਲੂਰ ਸੀਟ ਜਿੱਤ ਕੇ ਮਦਰਾਸ ਵਿਧਾਨ ਸਭਾ ਵਿੱਚ ਪ੍ਰਵੇਸ਼ ਕੀਤਾ। ਭਗਤ ਵਤਸਲਮ ਨੇ ਭਾਰਤ ਛੱਡੋ ਅੰਦੋਲਨ ਵਿੱਚ ਹਿੱਸਾ ਲਿਆ ਅਤੇ ਅੰਗਰੇਜ਼ਾਂ ਨੇ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਉਹਨਾਂ ਨੇ 1950 ਦੇ ਦਹਾਕੇ ਦੌਰਾਨ ਭਾਰਤੀ ਰਾਸ਼ਟਰੀ ਕਾਂਗਰਸ ਦੀ ਅਗਵਾਈ ਕੀਤੀ ਅਤੇ 1963 ਤੋਂ 1967 ਤੱਕ ਮੌਜੂਦਾ ਤਮਿਲਨਾਡੂ ਅਤੇ ਉਸ ਵੇਲੇ ਦੀ ਮਦਰਾਸ ਪ੍ਰੈਜ਼ੀਡੈਂਸੀ ਦੇ ਮੁੱਖ ਮੰਤਰੀ ਰਹੇ। 1967 ਦੀਆਂ ਚੋਣਾਂ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੀ ਹਾਰ ਤੋਂ ਬਾਅਦ ਭਗਤ ਵਤਸਲਮ ਨੇ ਅੰਸ਼ਿਕ ਰੂਪ ਵਿੱਚ ਰਾਜਨੀਤੀ ਤੋਂ ਸੰਨਿਆਸ ਲੈ ਲਿਆ। 13 ਫਰਵਰੀ 1987 ਨੂੰ 99 ਵਰ੍ਹਿਆਂ ਦੀ ਉਮਰ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ।
ਕੇਂਦਰੀ ਸਿਹਤ ਮੰਤਰਾਲਾ ਵੱਲੋਂ ਚਲਾਈ ਜਾ ਰਹੀ ਹਰ ਘਰ ਦਸਤਕ ਮੁਹਿੰਮ ਤਹਿਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੀ ਸਿਹਤ ਮਹਿਕਮਾ ਟੀਕਾਕਰਨ ਪ੍ਰੋਗਰਾਮ ਚਲਾ ਰਿਹਾ ਹੈ। ਇਸ ਮੁਹਿੰਮ ਦਾ ਮੰਤਵ ਘਰ-ਘਰ ਜਾ ਕੇ ਕੋਵਿਡ-19 ਟੀਕਾਕਰਨ ਦਾ 100% ਟੀਚਾ ਹਾਸਲ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ। ਪੇਸ਼ ਹੈ ਇੱਕ ਰਿਪੋਰਟ। ਹਰ ਘਰ ਦਸਤਕ ਮੁਹਿੰਮ ਨੂੰ ਸਿਹਤ ਮੰਤਰਾਲਾ ਵੱਲੋਂ ਬੀਤੇ 3 ਨਵੰਬਰ ਤੋਂ ਚਲਾਇਆ ਜਾ ਰਿਹਾ ਹੈ ਤੇ ਹੌਲੀ-ਹੌਲੀ ਇਹ ਮੁਹਿੰਮ ਜ਼ੋਰ ਫੜ ਰਹੀ ਹੈ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਯੋਜਨਾ ਲਈ ਵਿਉਂਤਬੰਦੀ ਕੀਤੀ ਗਈ ਹੈ। ਜਲੰਧਰ ਵਿੱਚ ਵੀ ਸਿਹਤ ਮਹਿਕਮੇ ਨੇ ਲੈਫਟ ਆਊਟ ਲੋਕਾਂ ਦੇ ਟੀਕਾਕਰਨ ਲਈ ਪ੍ਰੋਗਰਾਮ ਉਲੀਕਿਆ ਹੈ। ਇਸ ਬਾਰੇ ਡਾਕਟਰ ਵਿਵੇਕ ਕੁਮਾਰ ਨੇ ਜਾਣਕਾਰੀ ਦਿੱਤੀ। ਸਾਡੇ ਜਿਹੜੀ ਕੋਵਿਡ ਦੀ ਵੈਕਸੀਨੇਸ਼ਨ ਦੀ ਜਿਹੜੀ ਮੁਹਿੰਮ ਹੈ ਉਹਦੇ ਤਹਿਤ ਜਿਹੜੇ ਇੱਕ ਤਾਂ ਲੈਫਟ ਆਊਟ ਹੈ, ਇੱਕ ਡ੍ਰੌਪ ਆਊਟ ਹੈ। ਦੋ ਤਰ੍ਹਾਂ ਦੇ ਸਾਡੇ ਇੰਡੀਵਿਜੂਅਲਸ ਹੈ। ਲੈਫਟ ਆਊਟ ਜਿਨ੍ਹਾਂ ਨੇ ਹਜੇ ਤੱਕ ਫਸਟ ਡੋਜ਼ ਵੀ ਨਹੀਂ ਲਗਾਈ, ਡ੍ਰੌਪ ਆਊਟ ਜਿਨ੍ਹਾਂ ਦੀ ਫਸਟ ਡੋਜ਼ ਲੱਗੀ ਪਰ ਹਜੇ ਸੈਕਿੰਡ ਡੋਜ਼ ਨਹੀਂ ਲਗਵਾਉਣਾ ਹੈ। ਤਾਂ ਘਰੋਂ ਘਰੀ ਜਾ ਕੇ ਸਾਡੇ ਜਿੰਨੇ ਵੀ EMPLOYEES ਹੈ ਉਹਨਾਂ ਨੂੰ ਅਵੇਅਰ ਕਰਾਉਣਗੇ ਕਿ ਤੁਸੀਂ ਆ ਕੇ ਜਿੱਥੇ ਵੀ ਸਾਡਾ ਨੀਅਰੈਸਟ ਕੈਂਪ ਹੈ ਉੱਥੇ ਆ ਕੇ ਆਪਣੀ ਵੈਕਸੀਨ ਚਾਹੇ ਫਸਟ ਹੈ ਜਾਂ ਸੈਕਿੰਡ ਡੋਜ਼ ਹੈ ਉਹ ਆ ਕੇ ਆਪਣਾ ਸਾਰਾ ਸ਼ਡਿਊਲ ਕੰਪਲੀਟ ਕਰਨ। ਹਰ ਘਰ ਦਸਤਕ ਮੁਹਿੰਮ ਨੂੰ ਡਾਕਟਰ ਬੇहद ਪ੍ਰਭਾਵਸ਼ਾਲੀ ਮੁਹਿੰਮ ਮੰਨਦੇ ਹੋਏ ਲੋਕਾਂ ਨੂੰ ਸਹਿਯੋਗ ਦੀ ਅਪੀਲ ਕਰਦੇ ਨੇ। ਇਹ ਬਹੁਤ ਹੀ ਵਧੀਆ ਉਪਰਾਲਾ ਹੈ। ਮੈਂ ਜਨਤਾ ਨੂੰ ਇਹੀ ਅਪੀਲ ਕਰਾਂਗੀ ਕਿ ਅਸੀਂ ਸਾਰੇ ਮਿਲ ਕੇ ਸਰਕਾਰ ਦਾ ਇਸ ਪ੍ਰਤੀ ਸਹਿਯੋਗ ਦਈਏ ਤਾਂ ਜੋ ਅਸੀਂ ਸਾਰੇ ਰਲ ਕੇ ਇਸ ਪ੍ਰੋਬਲਮ ਦੇ ਨਾਲ ਜੂਝ ਸਕੀਏ ਤੇ ਆਪਣੇ ਇੰਡੀਆ 'ਚ ਕੋਰੋਨਾ ਤੋਂ ਨਾਲ ਲੜ ਸਕੀਏ। ਇਸੇ ਤਰ੍ਹਾਂ ਆਮ ਲੋਕਾਂ ਦਾ ਵੀ ਕਹਿਣਾ ਹੈ ਕਿ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਹਰ ਘਰ ਦਸਤਕ ਮੁਹਿੰਮ ਲਾਹੇਵੰਦ ਸਾਬਤ ਹੋਵੇਗੀ। ਅਸੀਂ ਉਮੀਦ ਕਰਦੇ ਹਾਂ ਜਿਹੜਾ ਇਹ ਵੈਕਸੀਨੇਸ਼ਨ ਡਰਾਈਵ ਹਰ ਘਰ ਦਸਤਕ ਜਿਹੜੀ ਕੋਵਿਡ-19 ਦੇ ਖਿਲਾਫ ਸਾਡੀ ਸਰਕਾਰ ਨੇ ਸ਼ੁਰੂ ਕੀਤੀ ਹੈ ਇਹ ਬਹੁਤ ਅੱਛਾ ਉਪਰਾਲਾ ਹੈ ਤੇ ਲੋਕਾਂ ਨੂੰ ਵੱਧ ਚੜ੍ਹ ਕੇ ਜਿਹੜੇ ਲੋਕਾਂ ਨੇ ਅਜੇ ਤੱਕ ਟੀਕਾ ਨਹੀਂ ਲਗਵਾਇਆ ਜਾਂ ਵੈਕਸੀਨ ਜਿਹਨੂੰ ਆਪਾਂ ਕਹਿੰਦੇ ਨਹੀਂ ਲਗਵਾਈ ਉਹਨਾਂ ਨੂੰ ਇਹਦੇ ਵਿੱਚ ਅੱਗੇ ਆ ਕੇ ਆਪਣੀ ਸੇਫਟੀ ਲਈ, ਆਪਣੇ ਪਰਿਵਾਰ ਦੀ ਸੇਫਟੀ ਲਈ ਤੇ ਦੇਸ਼ ਦੀ ਸੇਫਟੀ ਲਈ ਆ ਕੇ ਮੁੱਢ ਹੋ ਕੇ ਵੈਕਸੀਨ ਲਗਵਾਉਣੀ ਚਾਹੀਦੀ ਹੈ। ਵੈਕਸੀਨ ਬਿਲਕੁਲ ਸੇਫ ਹੈ। ਮੈਂ ਵੈਕਸੀਨੇਟਡ ਹਾਂ, ਮੇਰੀ ਫੈਮਿਲੀ ਨੇ ਵੈਕਸੀਨ ਲਗਵਾਈ ਹੈ, ਹਰ ਕੋਈ ਸੇਫ ਹੈ ਤੇ ਵੈਕਸੀਨ ਹੀ ਇੱਕ ਜਿਹੜਾ ਕੋਵਿਡ ਦੇ ਖਿਲਾਫ ਇੱਕ ਅਸਰਦਾਰ ਹਥਿਆਰ ਜਿਹੜਾ ਅੱਜ ਤੱਕ ਹੁਣ ਤੱਕ ਜੋ ਸਾਇੰਸ ਵੀ ਕਹਿੰਦੀ ਹੈ ਇੱਕ ਵੈਕਸੀਨੇਸ਼ਨ ਦੇ ਨਾਲ ਕਾਫੀ ਹੱਦ ਤੱਕ ਜਿਹੜੀ ਇਹਦੀ ਡੈਡਲੀ ਜੋ ਡਿਜ਼ੀਜ਼ ਹੈ ਕੋਵਿਡ-19 ਉਹ ਤੋਂ ਕਾਫੀ ਬਚਾਅ ਹੈ। ਜਲੰਧਰ ਵਿੱਚ ਹੁਣ ਤੱਕ 21,59,000 ਤੋਂ ਵੱਧ ਕੋਵਿਡ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਨੇ ਜਿਨ੍ਹਾਂ ਵਿੱਚੋਂ 14,45,000 ਤੋਂ ਵੱਧ ਪਹਿਲੀ ਅਤੇ 7,14,000 ਤੋਂ ਵੱਧ ਦੂਜੀ ਖੁਰਾਕ ਸ਼ਾਮਲ ਹੈ। ਪ੍ਰਧਾਨ ਮੰਤਰੀ ਜੀ ਦਾ ਸੁਪਨਾ ਹੈ ਕਿ ਹਰ ਪਰਿਵਾਰ ਦੇ ਯੋਗ ਮੈਂਬਰ ਦਾ ਟੀਕਾਕਰਨ ਹੋਵੇ ਤੇ ਹਰ ਘਰ ਦਸਤਕ ਮੁਹਿੰਮ ਦੀ ਕਾਮਯਾਬੀ ਪ੍ਰਧਾਨ ਮੰਤਰੀ ਜੀ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਕਾਫੀ ਮਦਦਗਾਰ ਬਣ ਸਕਦੀ ਹੈ। ਸ਼ਿਸ਼ੂ ਸ਼ਰਮਾ, ਦੂਰਦਰਸ਼ਨ ਸਮਾਚਾਰ, ਜਲੰਧਰ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਮੈਗਾ ਜਾਗਰੂਕਤਾ ਅਤੇ ਸਹਾਇਤਾ ਕੈਂਪ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅੱਜ ਮੋਗਾ ਵਿਖੇ ਲਗਾਇਆ ਗਿਆ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਅਤੇ ਅਥਾਰਟੀ ਦੀ ਚੇਅਰਪਰਸਨ ਮਨਦੀਪ ਪੰਨੂ, ਡਿਪਟੀ ਕਮਿਸ਼ਨਰ ਹਰੀਸ਼ ਨਈਅਰ ਅਤੇ CJM ਅਮਰੀਸ਼ ਕੁਮਾਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਆਪਣੇ ਸੰਬੋਧਨ ਵਿੱਚ ਮਨਦੀਪ ਪੰਨੂ ਨੇ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਦਿੱਤੀ ਜਾਂਦੀ ਲੀਗਲ ਏਡ ਅਤੇ ਹੋਰ ਕਾਨੂੰਨੀ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਇਹਨਾਂ ਸਹੂਲਤਾਂ ਦਾ ਲਾਭ ਲੈਣ ਬਾਰੇ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਹੈ ਜਿਸ ਨੂੰ ਦੂਰ ਕਰਨਾ ਹੀ ਅਜਿਹੇ ਕੈਂਪਾਂ ਦਾ ਮੁੱਖ ਮੰਤਵ ਹੈ। ਡਿਪਟੀ ਕਮਿਸ਼ਨਰ ਹਰੀਸ਼ ਨਈਅਰ ਨੇ ਕਿਹਾ ਕਿ ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਪਾਰਦਰਸ਼ੀ ਤਰੀਕੇ ਨਾਲ ਦਿੱਤਾ ਜਾਵੇ। ਕੈਂਪ ਦੌਰਾਨ ਤਕਰੀਬਨ 3000 ਬੇਨਤੀ ਪੱਤਰ ਪ੍ਰਾਪਤ ਹੋਏ ਜਿਨ੍ਹਾਂ ਵਿੱਚੋਂ 500 ਲਾਭਪਾਤਰੀਆਂ ਨੂੰ ਸਹੂਲਤ ਦੇਣ ਲਈ ਮੌਕੇ ਤੇ ਲਿਖਤੀ ਦਸਤਾਵੇਜ਼ ਮੁਹੱਈਆ ਕਰਵਾਏ ਗਏ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਖਿਡਾਰੀਆਂ ਅਤੇ ਕੋਚਾਂ ਨੂੰ ਕੌਮੀ ਖੇਡ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਸਾਲ 2021 ਲਈ ਟੋਕੀਓ ਓਲੰਪਿਕ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ ਸਣੇ 12 ਖਿਡਾਰੀਆਂ ਨੂੰ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਪ੍ਰਦਾਨ ਕੀਤੇ ਗਏ। ਹਾਕੀ ਕੋਚ ਸਰਪਾਲ ਸਿੰਘ ਸਣੇ 5 ਕੋਚਾਂ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਦਰੋਣਾਚਾਰਿਆ ਪੁਰਸਕਾਰ ਨਾਲ ਨਵਾਜਿਆ ਗਿਆ। ਓਲੰਪਿਕ ਵਿੱਚ ਕਾਂਸੇ ਦਾ ਤਮਗਾ ਜਿੱਤਣ ਵਾਲੀ ਹਾਕੀ ਟੀਮ ਦੇ ਖਿਡਾਰੀਆਂ ਅਤੇ ਉੱਘੇ ਕ੍ਰਿਕਟ ਖਿਡਾਰੀ ਸ਼ਿਖਰ ਧਵਨ ਸਣੇ ਕੁੱਲ 35 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਪ੍ਰਦਾਨ ਕੀਤੇ ਗਏ। ਜੀਵਨ ਭਰ ਦੀਆਂ ਪ੍ਰਾਪਤੀਆਂ ਲਈ 5 ਖਿਡਾਰੀਆਂ ਨੂੰ ਧਿਆਨ ਚੰਦ ਪੁਰਸਕਾਰ ਦਿੱਤੇ ਗਏ। ਸਾਲ 2021 ਲਈ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਪ੍ਰਦਾਨ ਕੀਤੀ ਗਈ। ਕੇਂਦਰ ਸਰਕਾਰ ਵੱਲੋਂ ਆਮ ਲੋਕਾਂ ਨੂੰ ਜੈਨਰਿਕ ਅਤੇ ਸਸਤੀਆਂ ਦਵਾਈਆਂ ਦੇਣ ਲਈ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਯੋਜਨਾ ਸੂਬੇ ਦੇ ਸਰਹੱਦੀ ਜ਼ਿਲ੍ਹੇ ਤਰਨਤਾਰਨ ਵਿੱਚ ਸੁਚੱਜੇ ਢੰਗ ਨਾਲ ਚੱਲ ਰਹੀ ਹੈ। ਤਰਨਤਾਰਨ ਦੇ ਸਿਵਲ ਹਸਪਤਾਲ ਵਿੱਚ ਇਸ ਯੋਜਨਾ ਤਹਿਤ ਖੋਲ੍ਹੇ ਗਏ ਕੇਂਦਰ ਵਿੱਚ ਲੋਕਾਂ ਨੂੰ ਜੈਨਰਿਕ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ। ਇਸ ਕੇਂਦਰ ਦੇ ਸੰਚਾਲਕ ਗਗਨਦੀਪ ਸਿੰਘ ਮੁਤਾਬਕ ਕੇਂਦਰ ਵਿੱਚ 300 ਤੋਂ ਵੱਧ ਕਿਸਮ ਦੀਆਂ ਜੈਨਰਿਕ ਦਵਾਈਆਂ ਉਪਲਬਧ ਨੇ।
ਆਮ ਤੌਰ ਤੇ ਜਿਹੜਾ ਪੱਤਾ ਜਿਹੜਾ ਸਟਿਪ ਮੈਡੀਸਨ ਦਾ ਬਾਹਰੋਂ 50 ਰੁਪਏ ਦਾ ਇੱਥੇ 5 ਰੁਪਏ ਦਾ, ਜਾਂ ਕੋਈ ਕਫ ਸਿਰਪ ਮੰਨ ਲਓ ਜਿਵੇਂ ਬਾਹਰ 80 ਰੁਪਏ ਦਾ ਵਾ ਉੱਥੇ 20 ਰੁਪਏ ਦਾ, ਕਾਫੀ ਲੈਸ ਤੇ ਮੈਡੀਸਨ ਦੇਈਦੀ ਹੈ ਤੋਂ। ਔਸ਼ਧੀ ਕੇਂਦਰ ਤੋਂ ਲਾਭ ਲੈਣ ਵਾਲੇ ਵੱਖ-ਵੱਖ ਪਿੰਡਾਂ ਦੇ ਵਸਨੀਕ ਪ੍ਰਕਾਸ਼ ਸਿੰਘ, ਗੁਰਭੇਜ ਸਿੰਘ, ਪ੍ਰਗਟ ਸਿੰਘ ਅਤੇ ਸਤਨਾਮ ਸਿੰਘ ਇਸ ਕੇਂਦਰ ਨੂੰ ਸਾਰਿਆਂ ਲਈ ਵਰਦਾਨ ਦੱਸਦੇ ਨੇ। ਸਸਤੀਆਂ ਦਵਾਈਆਂ ਮਿਲਣ ਕਾਰਨ ਉਹ ਮਹਿੰਗੀਆਂ ਦਵਾਈਆਂ ਦੇ ਬੋਝ ਤੋਂ ਬਚ ਰਹੇ ਨੇ। ਇਹ ਜਿਹੜਾ ਸਰਕਾਰ ਨੇ ਉਪਰਾਲਾ ਕੀਤਾ ਜਨ ਔਸ਼ਧੀ ਦਾ, ਇਹ ਬਹੁਤ ਅੱਛਾ ਜੀ। ਤੇ ਇਹ ਸਾਨੂੰ ਗਰੀਬਾਂ ਨੂੰ ਇੱਥੋਂ ਦਵਾਈਆਂ ਬਹੁਤ ਸਸਤੀਆਂ ਮਿਲਦੀਆਂ ਬਾਜ਼ਾਰ ਦੇ ਨਾਲੋਂ। ਬਾਹਰ ਦੀ ਦਵਾਈ ਵੀ ਮਾੜੀ ਆ, ਅਸਰ ਵੀ ਨਹੀਂ ਹੁੰਦਾ, ਠੀਕ ਵੀ ਨਹੀਂ ਹੋਈਦਾ। ਇਸ ਦਵਾਈ ਨਾਲ ਠੀਕ ਵੀ ਹੋ ਜਾਈਦਾ ਵਾ ਤੇ ਸਾਨੂੰ ਬਹੁਤ ਫਾਇਦਾ ਭਾਜੀ ਇਸ ਦਵਾਈ ਨਾਲ। ਬਹੁਤ ਵਧੀਆ ਦਵਾਈ ਆ। ਜੋ ਵੀ ਮੋਦੀ ਸਰਕਾਰ ਤੇ ਜੋ ਵੀ ਕਰਦੀ ਪਈ ਹੈ ਚੰਗਾ ਕਰਦੀ ਪਈ ਹੈ, ਨਾਲੇ ਦਵਾਈਆਂ ਸਸਤੀਆਂ ਦਿੰਦੇ ਪਏ ਨੇ, ਲੋਕਾਂ ਨੂੰ ਸਹੂਲਤਾਂ ਮਿਲਦੀਆਂ ਪਈਆਂ ਨੇ ਹੋਰ ਵੀ ਬਥੇਰੀਆਂ। ਇੱਥੋਂ ਦਵਾਈ ਮਿਲ ਜਾਂਦੀ ਹੈ ਸਰਕਾਰੀ ਹਸਪਤਾਲ ਦੇ ਵਿੱਚ, ਕਿਤੇ ਦੂਰ ਨਹੀਂ ਜਾਣਾ ਪੈਂਦਾ, ਪਹਿਲੋਂ ਦੂਰਦਾਰ ਜਾਣਾ ਪੈਂਦਾ ਇਹ ਲਿਆਉਣ ਤੋਂ। ਤੇ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਨਮਸਕਾਰ।